सत श्री अकाल जी सारिਆਂ ਨੂੰ। स्वागत है ਤੁਹਾਡਾ चैनल ज्ञान टाइम ਤੇ। कहानी शुरू ਕਰਨ ਤੋਂ ਪਹਿਲਾਂ ਬੇਨਤੀ ਹੈ, ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ। ਮੇਰੀ ਕਹਾਣੀ ਹਿੱਸਾ। ਇੱਕ ਦਿਨ ਦਲੀਪ ਸਿੰਘ ਦੀ ਬਾਥਰੂਮ ਵਿੱਚ ਤਿਲਕ ਡਿੱਗ ਗਏ ਤੇ ਡਿੱਗਣ ਕਾਰਨ ਉਹਨਾਂ ਦੀ ਲੱਤ ਟੁੱਟ ਗਈ। ਦਲੀਪ ਸਿੰਘ ਦਾ ਮੁੰਡਾ ਗੁਰਵਾਜ ਤੇ ਨੂੰਹ ਸਿਮਰਨ ਰੁੜਕੀ ਰਹਿੰਦੇ ਸੀ, ਕਿਉਂਕਿ ਗੁਰਵਾਜ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਉਹਨਾਂ ਦੀ ਯੂਨਿਟ ਪੰਜਾਬ ਤੋਂ ਬਾਹਰ ਸੀ ਤੇ ਦਲੀਪ ਸਿੰਘ ਦੀ ਕੁੜੀ ਉਹਨਾਂ ਦੇ ਨਾਲ ਦੇ ਹੀ ਪਿੰਡ ਵਿਆਹੀ ਹੋਈ ਸੀ। ਗੁਰਵਾਜ ਦੀ ਮਾਂ ਬਚਨ ਕੌਰ ਨੇ ਗੁਰਵਾਜ ਨੂੰ ਫੋਨ ਕੀਤਾ ਤੇ ਉਸਦੇ ਪਾਪਾ ਦੇ ਡਿੱਗਣ ਬਾਰੇ ਦੱਸਿਆ। ਗੁਰਵਾਜ ਕਹਿੰਦਾ, ਠੀਕ ਹੈ ਮੰਮੀ, ਮੈਂ ਅੱਜ ਹੀ ਇੱਥੋਂ ਤੁਰ ਪਵਾਂਗਾ। ਇੰਨਾ ਕਹਿ ਕੇ ਗੁਰਵਾਜ ਨੇ ਫੋਨ ਕੱਟ ਦਿੱਤਾ। ਉਸੇ ਵੇਲੇ ਆਪਣੀ ਭੈਣ ਕੁਲਵਿੰਦਰ ਨੂੰ ਫੋਨ ਕੀਤਾ ਤੇ ਦੱਸਿਆ ਕਿ ਪਾਪਾ ਡਿੱਗ ਗਏ ਆ ਤੇ ਉਹਨਾਂ ਦੀ ਲੱਤ ਟੁੱਟ ਗਈ ਹੈ। ਮੈਨੂੰ ਆਉਣ 'ਤੇ ਟਾਈਮ ਲੱਗ ਜਾਣਾ ਹੈ, ਇਸ ਲਈ ਤੂੰ ਜਾ ਕੇ ਉਹਨਾਂ ਦਾ ਪਤਾ ਲੈ ਤੇ ਜਿੰਨੀ ਦੇਰ ਤੱਕ ਮੈਂ ਆਉਂਦਾ ਨਹੀਂ ਤੂੰ ਉਹਨਾਂ ਦੇ ਕੋਲ ਹੀ ਰਹੀਂ। ਕੁਲਵਿੰਦਰ ਕਹਿੰਦੀ, ਠੀਕ ਹੈ, ਮੈਂ ਦੇਖਦੀ ਹਾਂ। ਫਿਰ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ। ਅੱਗੋਂ ਮਾਂ ਕਹਿੰਦੀ, ਕੁਲਵਿੰਦਰ ਤੇਰੇ ਪਾਪਾ ਡਿੱਗ ਗਏ ਆ, ਸ਼ਾਇਦ ਲੱਤ ਟੁੱਟ ਗਈ, ਮੈਂ ਇਕੱਲੀ ਕੀ ਕਰਾਂ, ਕੁਝ ਵੀ ਸਮਝ ਨਹੀਂ ਆ ਰਿਹਾ। ਵੈਸੇ ਤਾਂ ਗੁਰਵਾਜ ਵੀ ਆਉਣ ਵਾਲਾ ਹੈ, ਪਰ ਉਸਨੂੰ ਆਉਣ 'ਤੇ 2 ਦਿਨ ਲੱਗ ਜਾਣੇ ਆ, ਕਿਉਂਕਿ ਉਸਨੇ ਇੰਨੀ ਦੂਰੋਂ ਆਉਣਾ ਹੈ। ਕੁਲਵਿੰਦਰ ਕਹਿੰਦੀ, ਮੰਮੀ ਫਿਰ ਮੈਂ ਇੱਥੇ ਆ ਕੇ ਕੀ ਕਰਾਂਗੀ, ਮੈਂ ਕਿਹੜਾ ਪਾਪਾ ਨੂੰ ਕਿਤੇ ਲਿਜਾ ਸਕਦੀ ਹਾਂ। ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਗੁਰਵਾਜ ਦੇ ਆਉਣ ਦਾ ਇੰਤਜ਼ਾਰ ਕਰੋ। ਜੇ ਮੈਂ ਆ ਵੀ ਗਈ ਤਾਂ ਕੋਈ ਮੇਰੇ ਆਉਣ ਨਾਲ ਫਰਕ ਤਾਂ ਪੈਣਾ ਨਹੀਂ। ਗੁਰਵਾਜ ਨੂੰ ਆਉਣ ਦਿਓ, ਪਾਪਾ ਨੂੰ ਲੈ ਕੇ ਚਲਾ ਜਾਏਗਾ ਤੇ ਨਾਲੇ ਵੈਸੇ ਵੀ ਬੱਚਿਆਂ ਦੇ ਪੇਪਰ ਚੱਲ ਰਹੇ ਆ, ਮੇਰੇ ਤੋਂ ਆਇਆ ਨਹੀਂ ਜਾਣਾ। ਅੱਗੋਂ ਮਾਂ ਕਹਿੰਦੀ, ਚੱਲ ਕੋਈ ਨਹੀਂ, ਤੂੰ ਆਪਣਾ ਘਰ ਸੰਭਾਲ। ਤੇ ਕੁਲਵਿੰਦਰ ਨੇ ਫੋਨ ਰੱਖਣ ਤੋਂ ਪਹਿਲਾਂ ਅੱਗ 'ਤੇ ਘਿਓ ਵੀ ਪਾ ਦਿੱਤਾ, ਜਿਸ ਤਰ੍ਹਾਂ ਉਹ ਹਮੇਸ਼ਾ ਕਰਦੀ ਸੀ। ਤੇ ਉਹ ਕਹਿੰਦੀ, ਮੰਮੀ ਸਿਰਫ ਗੁਰਵਾਜ ਹੀ ਕਿਉਂ ਆਏਗਾ, ਸਿਮਰਨ ਕਿਉਂ ਨਹੀਂ ਆਏਗੀ, ਉਸਦੀ ਵੀ ਕੋਈ ਜ਼ਿੰਮੇਵਾਰੀ ਹੈ। ਮਾਂ ਦੇਖ ਲੈ, ਇਹ ਹੁੰਦੇ ਆ ਨੂੰਹਾਂ ਪੁੱਤ। ਤੇ ਕੁਲਵਿੰਦਰ ਨੇ ਚੰਗੀ ਤਰ੍ਹਾਂ ਆਪਣੀ ਮਾਂ ਦੇ ਦਿਲ ਵਿੱਚ ਪੁੱਤਰ ਲਈ ਜ਼ਹਿਰ ਘੋਲ ਦਿੱਤਾ। ਪਰ ਬਚਨ ਕੌਰ ਖੁਦ ਹੀ ਪਰੇਸ਼ਾਨ ਸੀ, ਇਸ ਕਰਕੇ ਉਸਨੇ ਕੁਲਵਿੰਦਰ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਕੁਲਵਿੰਦਰ ਨੂੰ ਵੀ ਉਸਦੇ ਪਾਪਾ ਚੰਗੀ ਤਰ੍ਹਾਂ ਜਾਣਦੇ ਸੀ ਤੇ ਉਹ ਹਮੇਸ਼ਾ ਬਚਨ ਕੌਰ ਨੂੰ ਸਮਝਾਉਂਦੇ ਸੀ ਕਿ ਧੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪੁੱਤ ਨਾਲ ਕਦੇ ਵਿਗਾੜ ਨਾ ਲਈ। ਅੱਗੋਂ ਬਚਨ ਕੌਰ ਹਮੇਸ਼ਾ ਇਹੀ ਕਹਿੰਦੀ, ਭਲਾ ਕੁਲਵਿੰਦਰ ਇਸ ਤਰ੍ਹਾਂ ਕਿਉਂ ਕਰੇਗੀ। ਫਿਰ ਉਨੀ ਦੇਰ ਨੂੰ ਗੁਰਵਾਜ ਦਾ ਫੋਨ ਆਇਆ ਤੇ ਕਹਿੰਦਾ, ਮੰਮੀ ਮੈਂ ਆ ਰਿਹਾ, ਪਾਪਾ ਨੂੰ ਇੱਥੇ ਹੀ ਲੈ ਜਾਵਾਂਗੇ ਤੇ ਚੰਗੀ ਤਰ੍ਹਾਂ ਇਲਾਜ ਕਰਵਾ ਲਵਾਂਗੇ। ਬਚਨ ਕੌਰ ਕਹਿੰਦੀ, ਠੀਕ ਹੈ ਪੁੱਤ, ਇੱਕ ਵਾਰ ਤੂੰ ਘਰ ਆ। ਗੁਰਵਾਜ ਕਹਿੰਦਾ, ਮੰਮੀ ਕੁਲਵਿੰਦਰ ਦੀਦੀ ਤਾਂ ਆ ਗਈ ਹੋਏਗੀ ਨਾ। ਤਾਂ ਬਚਨ ਕੌਰ ਕਹਿੰਦੀ, ਨਹੀਂ ਪੁੱਤ, ਉਸਦੇ ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਉਹ ਨਹੀਂ ਆ ਸਕਦੀ। ਗੁਰਵਾਜ ਕਹਿੰਦਾ, ਮੰਮੀ ਉਸਦੇ ਬੱਚੇ ਤਾਂ ਵੱਡੇ ਹੋ ਆ ਤੇ ਆਪਣੀ ਦੀਦੀ ਦੇ ਕੋਲ ਵੀ ਰਹਿ ਸਕਦੇ ਆ, ਉਹ ਇੰਨਾ ਤਾਂ ਵੀ ਕਰ ਸਕਦੀ ਹੈ, ਆਖਿਰ ਉਸਦਾ ਵੀ ਤਾਂ ਪਿਓ ਹੈ। ਪਰ ਕੁਲਵਿੰਦਰ ਨੇ ਪਹਿਲਾਂ ਹੀ ਪੁੱਤ ਤੇ ਨੂੰਹ ਲਈ ਮਾਂ ਦੇ ਮਨ ਵਿੱਚ ਜ਼ਹਿਰ ਭਰਿਆ ਸੀ। ਉੱਤੋਂ ਗੁਰਵਾਜ ਨੇ ਇਹ ਕਹਿ ਦਿੱਤਾ, ਤੇਰੀ ਧੀ ਨੇੜੇ ਹੋਣ ਕਰਕੇ ਵੀ ਨਹੀਂ ਆਈ। ਤਾਂ ਮਾਂ ਨੂੰ ਗੁੱਸਾ ਆ ਗਿਆ, ਕਿਉਂਕਿ ਕੁਝ ਵੀ ਹੋ ਜਾਏ ਮਾਂ ਲਈ ਧੀ ਹਮੇਸ਼ਾ ਆਪਣੀ ਹੀ ਹੁੰਦੀ ਹੈ, ਉਸਨੂੰ ਆਪਣੀ ਧੀ ਦੀਆਂ ਗਲਤੀਆਂ ਕਦੇ ਵੀ ਨਜ਼ਰ ਨਹੀਂ ਆਉਂਦੀਆਂ। ਤਾਂ ਬਚਨ ਕੌਰ ਕਹਿੰਦੀ, ਅੱਛਾ ਜੇ ਉਹ ਨਹੀਂ ਆਈ ਤਾਂ ਤੇਰੀ ਘਰ ਵਾਲੀ ਕਿਉਂ ਨਹੀਂ ਆਈ, ਜੋ ਤੂੰ ਇਕੱਲਾ ਆ ਰਿਹਾ ਹੈ। ਗੁਰਵਾਜ ਨੂੰ ਆਪਣੀ ਮਾਂ ਤੋਂ ਇਸ ਤਰ੍ਹਾਂ ਦੇ ਜਵਾਬ ਦੀ ਉਮੀਦ ਨਹੀਂ ਸੀ। ਗੁਰਵਾਜ ਕਹਿੰਦਾ, ਮੰਮੀ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ, ਮੈਂ ਜਹਾਜ਼ 'ਤੇ ਆ ਰਿਹਾ, ਤੈਨੂੰ ਪਤਾ ਹੀ ਹੈ ਜਹਾਜ਼ 'ਤੇ ਐਮਰਜੈਂਸੀ ਟਿਕਟ ਲੈਣ 'ਤੇ ਕਿੰਨੇ ਪੈਸੇ ਲੱਗਦੇ ਆ। ਜੇ ਮੈਂ ਸਿਮਰਨ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਂਦਾ ਤੇ ਉਹਨਾਂ ਦੇ ਵੀ ਫਾਲਤੂ ਵਿੱਚ ਹੀ ਟਿਕਟ ਦੇ ਪੈਸੇ ਪੈ ਜਾਣੇ ਸੀ ਤੇ ਉਸ ਤੋਂ ਬਾਅਦ ਤੈਨੂੰ ਤੇ ਪਾਪਾ ਨੂੰ ਵੀ ਵਾਪਸ ਜਹਾਜ਼ 'ਤੇ ਹੀ ਲੈ ਕੇ ਜਾਣਾ ਹੈ। ਜੇ ਉਹ ਵੀ 3 ਜਣੇ ਆ ਜਾਂਦੇ ਤੇ 2 ਤੁਸੀਂ 5 ਤੇ ਮੇਰੇ ਸਮੇਤ 6 ਜਣਿਆਂ ਦੀ ਟਿਕਟ ਕਿੰਨੇ ਪੈਸੇ ਬਣਨਗੇ, ਇਸ ਬਾਰੇ ਤੈਨੂੰ ਪਤਾ ਵੀ ਹੈ। ਗੁਰਵਾਜ ਦੀ ਇਸ ਗੱਲ ਦਾ ਮਾਂ ਦੇ ਕੋਲ ਕੋਈ ਜਵਾਬ ਨਹੀਂ ਸੀ, ਇਸ ਕਰਕੇ ਉਹ ਚੁੱਪ ਹੋ ਗਈ। ਖੈਰ ਗੁਰਵਾਜ ਸਮਝ ਗਿਆ ਸੀ ਕਿ ਕੁਲਵਿੰਦਰ ਦਾ ਹੀ ਕੰਮ ਹੈ, ਉਸਨੇ ਹੀ ਅੱਗ 'ਤੇ ਘਿਓ ਪਾਇਆ ਹੈ ਤੇ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ, ਕਿਉਂਕਿ ਜਦੋਂ ਦਾ ਗੁਰਵਾਜ ਵਿਆਹ ਹੋਇਆ ਹੈ ਪਤਾ ਨਹੀਂ ਕਿਉਂ ਕੁਲਵਿੰਦਰ ਸਿਮਰਨ ਦੇ ਖਿਲਾਫ ਹਮੇਸ਼ਾ ਮਾਂ ਦੇ ਕੰਨ ਭਰਦੀ ਰਹਿੰਦੀ ਸੀ। ਜਦੋਂ ਦੀ ਸਿਮਰਨ ਵਿਆਹ ਕੇ ਆਈ ਸੀ, ਕੁਲਵਿੰਦਰ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਨੇ ਉਸਦਾ ਹੱਕ ਖੋਹ ਲਿਆ ਹੈ। ਹਰ ਵਕਤ ਉਹ ਨੂੰਹ ਅਤੇ ਸੱਸ ਦੇ ਵਿੱਚ, ਪੁੱਤ ਤੇ ਮਾਂ ਦੇ ਵਿੱਚ ਨਫ਼ਰਤ ਭਰ ਰਹੀ ਸੀ। ਖੈਰ ਗੁਰਵਾਜ ਨੇ ਸੋਚਿਆ, ਅੱਜ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ ਤੇ ਕੁਝ ਹੀ ਸਮੇਂ ਬਾਅਦ ਗੁਰਵਾਜ ਆਪਣੇ ਘਰ ਪਹੁੰਚ ਗਿਆ। ਗੁਰਵਾਜ ਆਪਣੇ ਮੰਮੀ ਪਾਪਾ ਨੂੰ ਲੈ ਕੇ ਆਪਣੇ ਘਰ ਆ ਗਿਆ ਤੇ ਉੱਥੇ ਚੰਗੇ ਹਸਪਤਾਲ ਵਿੱਚ ਆਪਣੇ ਪਾਪਾ ਨੂੰ ਦਾਖਲ ਕਰਵਾਇਆ ਤੇ ਡਾਕਟਰ ਨੇ ਗੁਰਵਾਜ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਉਮਰ ਜ਼ਿਆਦਾ ਹੋਣ ਕਾਰਨ ਆਪਰੇਸ਼ਨ ਕਰਨ ਵਿੱਚ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਸਦੀ ਜਾਨ ਚਲੀ ਜਾਵੇ। ਗੁਰਵਾਜ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਤੇ ਆਪਰੇਸ਼ਨ ਕਰਾਉਣਾ ਪਿਆ।
ਤੇ ਜਿਸ ਤਰ੍ਹਾਂ ਡਾਕਟਰ ਨੇ ਕਿਹਾ ਸੀ ਗੁਰਬਾਜ ਦੇ ਪਾਪਾ ਦੀ ਮੌਤ ਹੋ ਗਈ। ਹੁਣ ਕੋਈ ਕੀ ਕਰ ਸਕਦਾ ਸੀ। ਤੇ ਫਿਰ ਸਾਰੇ ਜਣੇ ਵਾਪਸ ਪਿੰਡ ਆ ਗਏ। ਫਿਰ ਦਲੀਪ ਸਿੰਘ ਦਾ ਸੰਸਕਾਰ ਕੀਤਾ ਤੇ ਭੋਗ ਪਾਇਆ। ਭੋਗ ਤੋਂ ਪਿੱਛੋਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰ ਚਲੇ ਗਏ। ਤੇ ਭੋਗ ਤੋਂ ਪਿੱਛੋਂ ਗੁਰਬਾਜ ਆਪਣੀ ਮੰਮੀ ਨੂੰ ਕਹਿੰਦਾ, ਮੰਮੀ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਤੇ ਤੂੰ ਸਾਡੇ ਨਾਲ ਚੱਲ, ਉੱਥੇ ਆਪਾਂ ਇਕੱਠੇ ਰਹਾਂਗੇ। ਇਸ ਘਰ ਨੂੰ ਆਪਾਂ ਜਾਂ ਤਾਂ ਤਾਲਾ ਲਾ ਦਿਆਂਗੇ ਜਾਂ ਫਿਰ ਕਿਰਾਏ ਤੇ ਦੇ ਦਿਆਂਗੇ। ਬਚਨ ਕੌਰ ਨੂੰ ਵੀ ਇਹੀ ਠੀਕ ਲੱਗਿਆ, ਪਰ ਕੁਲਵਿੰਦਰ ਦੀ ਸੋਚ ਤਾਂ ਕੁਝ ਹੋਰ ਹੀ ਸੀ। ਕਹਿੰਦੀ, ਮੰਮੀ ਤੂੰ ਆਪਣੇ ਸਾਰੇ ਗਹਿਣੇ ਤੇ ਜ਼ਮੀਨ ਜਾਇਦਾਦ ਦੇ ਕਾਗਜ਼ ਕਿੱਥੇ ਲੈ ਕੇ ਜਾਏਂਗੀ? ਤੇ ਗੁਰਬਾਜ ਤਾਂ ਵੈਸੇ ਵੀ ਕਦੀ ਕਿਤੇ, ਇਸ ਕਰਕੇ ਤੂੰ ਇਹ ਸਭ ਕੁਝ ਮੇਰੇ ਕੋਲ ਰੱਖ ਦੇ। ਕਮ ਸੇ ਕਮ ਸੁਰੱਖਿਅਤ ਤਾਂ ਰਹਿਣਗੇ। ਸਿਮਰਨ ਤੇ ਗੁਰਬਾਜ ਨੂੰ ਕੁਲਵਿੰਦਰ ਦੀ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਰਹੀ ਸੀ, ਪਰ ਕੁਲਵਿੰਦਰ ਆਪਣੀ ਮਾਂ ਦੀ ਲਾਡਲੀ ਧੀ ਸੀ ਤੇ ਮਾਂ ਆਪਣੇ ਧੀ ਬਾਰੇ ਕਦੇ ਵੀ ਗਲਤ ਨਹੀਂ ਸੋਚ ਸਕਦੀ। ਗੁਰਬਾਜ ਤੇ ਸਿਮਰਨ ਨੂੰ ਪਤਾ ਸੀ ਕਿ ਜੇ ਅਸੀਂ ਕੁਝ ਵੀ ਕਿਹਾ ਤਾਂ ਮੰਮੀ ਸਾਨੂੰ ਵੀ ਗਲਤ ਸਮਝੇਗੀ। ਇਸ ਕਰਕੇ ਉਹ ਕੁਝ ਨਾ ਬੋਲੇ। ਫਿਰ ਬਚਨ ਕੌਰ ਕਹਿੰਦੀ, ਕੁਲਵਿੰਦਰ ਸਹੀ ਕਹਿ ਰਹੀ ਹੈ, ਮੈਂ ਸਭ ਕੁਝ ਕੁਲਵਿੰਦਰ ਦੇ ਘਰੇ ਹੀ ਰੱਖ ਦਿੰਦੀ ਹਾਂ। ਫਿਰ ਕੁਝ ਟਾਈਮ ਸੋਚ ਕੇ ਗੁਰਬਾਜ ਕਹਿੰਦਾ, ਮੰਮੀ ਜਦੋਂ ਬੈਂਕ ਆਪਾਂ ਨੂੰ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਦਿੰਦਾ ਹੈ ਤਾਂ ਫਿਰ ਕਿਸੇ ਤੇ ਐਡੀ ਵੱਡੀ ਜ਼ਿੰਮੇਵਾਰੀ ਕਿਉਂ ਪਾਉਣੀ? ਜੇ ਕੱਲ੍ਹ ਨੂੰ ਕੁਝ 19-21 ਹੋ ਗਈ ਤਾਂ ਕੁਲਵਿੰਦਰ ਨੂੰ ਖੁਦ ਵੀ ਮਹਿਸੂਸ ਹੋਏਗਾ। ਬਚਨ ਕੌਰ ਕਹਿੰਦੀ, ਹਾਂ ਗੁਰਬਾਜ ਤੂੰ ਸਹੀ ਕਹਿ ਰਿਹਾ ਹੈ, ਆਪਾਂ ਸਭ ਕੁਝ ਲੋਕਰ ਵਿੱਚ ਹੀ ਰੱਖ ਦਿੰਦੇ ਹਾਂ ਤਾਂ ਕਿ ਕਿਸੇ ਦੀ ਵੀ ਕੋਈ ਜ਼ਿੰਮੇਵਾਰੀ ਨਾ ਰਹੇ ਤੇ ਮੇਰੀ ਪੈਨਸ਼ਨ ਮੇਰੇ ਖਰਚੇ ਲਈ ਬਹੁਤ ਹੈ। ਗੁਰਬਾਜ ਕਹਿੰਦਾ, ਹਾਂ ਮੰਮੀ ਤੂੰ ਕਿਸੇ ਤੇ ਬੋਝ ਨਹੀਂ ਹੈ ਤੇ ਤੂੰ ਸਾਡੇ ਨਾਲ ਰਹਿ ਸਕਦੀ ਹੈ, ਬਿਨਾਂ ਇਹ ਸੋਚੇ ਕਿ ਅਸੀਂ ਤੇਰਾ ਧਿਆਨ ਰੱਖਾਂਗੇ ਜਾਂ ਨਹੀਂ। ਪਰ ਮੰਮੀ ਮੈਂ ਤੈਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਤੈਨੂੰ ਆਪਣੀ ਪੈਨਸ਼ਨ ਨਾਲ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ। ਕੁਲਵਿੰਦਰ ਨੂੰ ਸਮਝ ਆ ਗਈ ਸੀ ਕਿ ਆਪਣੀ ਮਾਂ ਨੂੰ ਗੁਰਬਾਜ ਦੇ ਸਾਹਮਣੇ ਉਹ ਗੁੰਮਰਾਹ ਨਹੀਂ ਕਰ ਸਕਦੀ ਤੇ ਬਚਨ ਕੌਰ ਗੁਰਬਾਜ ਨਾਲ ਉਹਨਾਂ ਦੇ ਕੋਲ ਚਲੀ ਗਈ। ਕੁਲਵਿੰਦਰ ਆਪਣੀ ਮਾਂ ਨੂੰ ਰੋਜ਼ ਫੋਨ ਕਰਦੀ ਤੇ ਆਪਣੀ ਮਾਂ ਨੂੰ ਗੁਰਬਾਜ ਤੇ ਸਿਮਰਨ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਕੰਨ ਭਰਦੀ ਰਹਿੰਦੀ। ਵੈਸੇ ਤਾਂ ਬਚਨ ਕੌਰ ਨੂੰ ਆਪਣੇ ਪੁੱਤ ਤੇ ਨੂੰਹ ਨਾਲ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਸੀ, ਪਰ ਫਿਰ ਵੀ ਕੁਲਵਿੰਦਰ ਹਮੇਸ਼ਾ ਮਾਂ ਨੂੰ ਭਰਾ ਭਰਜਾਈ ਖਿਲਾਫ ਭੜਕਾਉਂਦੀ ਰਹਿੰਦੀ ਸੀ। ਬਚਨ ਕੌਰ ਨੂੰ ਵੀ ਲੱਗਣ ਲੱਗਿਆ ਕੁਲਵਿੰਦਰ ਸਹੀ ਕਹਿੰਦੀ ਹੈ। ਮੈਂ ਉਸ ਨੂੰ ਵੀ ਲੱਗਣ ਲੱਗਿਆ ਮੇਰਾ ਪੁੱਤ ਤੇ ਮੈਨੂੰ ਕਿਸੇ ਲਾਲਚ ਵਿੱਚ ਕਰਕੇ ਇੱਥੇ ਲੈ ਕੇ ਆਈ। ਫਿਰ ਹੌਲੀ ਹੌਲੀ ਕੁਲਵਿੰਦਰ ਨੇ ਵੀ ਆਪਣੀ ਮਾਂ ਦੇ ਮਨ ਵਿੱਚ ਇੰਨਾ ਜ਼ਹਿਰ ਭਰ ਦਿੱਤਾ ਸੀ ਕਿ ਉਸਨੇ ਵੀ ਜਿੱਦ ਫੜ ਲਈ ਕਿ ਉਹ ਵੀ ਆਪਣੇ ਪਿੰਡ ਹੀ ਜਾ ਕੇ ਰਹੇਗੀ। ਮੈਨੂੰ ਇੱਥੇ ਰਹਿਣਾ ਚੰਗਾ ਨਹੀਂ ਲੱਗਦਾ। ਗੁਰਬਾਜ ਦੇ ਸਿਮਰਨ ਨੂੰ ਇਸ ਗੱਲ ਦਾ ਪਤਾ ਸੀ ਕਿ ਮੰਮੀ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਤੇ ਕਿਸ ਦੇ ਬਹਿਕਾਵੇ ਵਿੱਚ ਆ ਕੇ ਇਸ ਤਰ੍ਹਾਂ ਕਹਿ ਰਹੀ ਹੈ, ਪਰ ਉਹ ਕੀ ਕਰ ਸਕਦੇ ਸੀ। ਫਿਰ ਉਹਨਾਂ ਨੇ ਵਾਪਸ ਬਚਨ ਕੌਰ ਨੂੰ ਪਿੰਡ ਭੇਜ ਦਿੱਤਾ ਤੇ ਜੋ ਕੁਲਵਿੰਦਰ ਚਾਹੁੰਦੀ ਸੀ ਉਹ ਸਭ ਹੋ ਗਿਆ ਤੇ ਹੁਣ ਕੁਲਵਿੰਦਰ ਵੀ ਆਪਣੀ ਮਾਂ ਦੇ ਕੋਲ ਰਹਿਣ ਲੱਗ ਗਈ ਸੀ। ਜਦੋਂ ਪਿਓ ਬਿਮਾਰ ਸੀ ਉਹ ਤਾਂ ਕੁਲਵਿੰਦਰ ਮਿਲਣ ਵੀ ਨਹੀਂ ਸੀ ਆਈ ਆਪਣੇ ਬੱਚਿਆਂ ਦੀ ਪੜ੍ਹਾਈ ਕਰਕੇ, ਤੇ ਹੁਣ ਬੱਚੇ ਵੀ ਇੱਥੋਂ ਹੀ ਆਪਣੇ ਸਕੂਲ ਜਾਂਦੇ ਸੀ। ਹੁਣ ਤਾਂ ਉਸਨੂੰ ਵੀ ਕੋਈ ਦਿੱਕਤ ਨਹੀਂ ਹੋ ਰਹੀ ਸੀ। ਇੱਕ ਦਿਨ ਕੁਲਵਿੰਦਰ ਆਪਣੀ ਮੰਮੀ ਨੂੰ ਕਹਿੰਦੀ, ਮੰਮੀ ਮੈਂ ਆਪਣੀ ਕੁੜੀ ਦਾ ਦੂਜੇ ਸਕੂਲੇ ਐਡਮਿਸ਼ਨ ਕਰਵਾਉਣਾ ਹੈ ਤੇ ਉਹ ਹੁਣ 9ਵੀਂ ਕਲਾਸ ਵਿੱਚ ਹੋ ਗਈ ਹੈ ਤੇ ਉਸਦੀ ਕੋਚਿੰਗ ਵੀ ਸਟਾਰਟ ਕਰਨੀ ਹੈ। ਸਕੂਲ ਫੀਸ ਤੇ ਕੋਚਿੰਗ ਫੀਸ ਬਹੁਤ ਜ਼ਿਆਦਾ ਹੋ ਜਾਏਗੀ ਤੇ ਮੇਰਾ ਮੁੰਡਾ ਵੀ 11ਵੀਂ ਵਿੱਚ ਹੈ, ਉਸਦੀ ਵੀ ਬਹੁਤ ਜ਼ਿਆਦਾ ਫੀਸ ਹੈ। ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਤੇ ਮੰਮੀ ਤੂੰ ਇੱਕ ਕੰਮ ਕਰ, ਘਰ ਦਾ ਇੱਕ ਪੋਰਸ਼ਨ ਕਿਰਾਏ ਤੇ ਦੇ ਦੇ ਤੇ ਉਹ ਕਿਰਾਇਆ ਤੂੰ ਮੈਨੂੰ ਦੇ ਦਿਆ ਕਰ, ਜਿਸ ਨਾਲ ਮੈਂ ਆਪਣੀ ਕੁੜੀ ਦਾ ਸਕੂਲ ਫੀਸ ਤੇ ਟਿਊਸ਼ਨ ਫੀਸ ਦੇ ਦਿਆ ਕਰਾਂਗੀ। ਬਚਨ ਕੌਰ ਤਾਂ ਵੈਸੇ ਹੀ ਆਪਣੀ ਧੀ ਦੇ ਪਿਆਰ ਵਿੱਚ ਅੰਨੀ ਸੀ। ਉਸਨੂੰ ਪਤਾ ਵੀ ਸੀ ਕਿ ਕੁਲਵਿੰਦਰ ਦੇ ਘਰੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਰ ਫਿਰ ਵੀ ਉਸਦੀ ਆਪਣੀ ਧੀ ਦੀ ਗੱਲ ਸੱਚੀ ਲੱਗੀ ਤੇ ਕਹਿੰਦੀ, ਠੀਕ ਹੈ ਕੁਲਵਿੰਦਰ, ਵੈਸੇ ਵੀ ਐਡਾ ਵੱਡਾ ਘਰ ਖਾਲੀ ਹੀ ਪਿਆ, ਜੇ ਇੱਕ ਪੋਰਸ਼ਨ ਕਿਰਾਏ ਤੇ ਦੇ ਕੇ ਤੇਰੀ ਕੁੜੀ ਦੀ ਫੀਸ ਭਰ ਦਿੱਤੀ ਜਾਵੇ ਤਾਂ ਇਸ ਵਿੱਚ ਬੁਰਾਈ ਕੀ ਹੈ। ਪਰ ਇਹ ਗੱਲ ਬਚਨ ਕੌਰ ਦੇ ਗੁਰਬਾਜ ਨੂੰ ਨਾ ਦੱਸੀ ਤੇ ਘਰ ਦਾ ਇੱਕ ਪੋਰਸ਼ਨ ਕਿਰਾਏ ਤੇ ਦੇ ਦਿੱਤਾ। ਕਿਰਾਏ ਤੋਂ ਮਿਲਣ ਵਾਲਾ 12,000 ਰੁਪਇਆ ਬਚਨ ਕੌਰ ਕੁਲਵਿੰਦਰ ਕੌਰ ਨੂੰ ਦੇ ਦਿੰਦੀ। ਜਦੋਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਤਾਂ ਗੁਰਬਾਜ ਤੇ ਸਿਮਰਨ ਆਪਣੇ ਪਿੰਡ ਆਏ ਤਾਂ ਜਦੋਂ ਗੁਰਬਾਜ ਨੇ ਆਪਣੇ ਘਰੇ ਕਿਰਾਏਦਾਰ ਦੇਖੇ ਤਾਂ ਉਸਨੇ ਆਪਣੀ ਮਾਂ ਨੂੰ ਪੁੱਛਿਆ ਤਾਂ ਬਚਨ ਕੌਰ ਕਹਿੰਦੀ, ਹਾਂ ਗੁਰਬਾਜ, ਇੱਕ ਪੋਰਸ਼ਨ ਮੈਂ ਕਿਰਾਏ ਤੇ ਦੇ ਦਿੱਤਾ ਹੈ। ਵੈਸੇ ਵੀ ਐਡੇ ਵੱਡੇ ਘਰ ਵਿੱਚ ਮੈਂ ਇਕੱਲੀ ਹੀ ਰਹਿੰਦੀ ਸੀ ਤੇ ਐਡਾ ਵੱਡਾ ਘਰ ਖਾਲੀ ਪਿਆ ਸੀ। ਗੁਰਬਾਜ ਕਹਿੰਦਾ, ਉਹ ਤਾਂ ਠੀਕ ਹੈ ਮੰਮੀ, ਪਰ ਤੂੰ ਸੋਚ ਸਮਝ ਕੇ ਦਿੱਤਾ ਹੈ, ਅੱਜ ਕੱਲ੍ਹ ਕਿਸੇ ਦਾ ਕੋਈ ਭਰੋਸਾ ਨਹੀਂ। ਤਾਂ ਬਚਨ ਕੌਰ ਕਹਿੰਦੀ, ਪੁੱਤ ਇਹੋ ਜਿਹਾ ਕੁਝ ਨਹੀਂ, ਬਹੁਤ ਚੰਗੇ ਨੇ ਕਿਰਾਏਦਾਰ ਤੇ ਕਿਰਾਇਆ ਵੀ ਸਮੇਂ ਤੇ ਦੇ ਦਿੰਦੀ। ਫਿਰ ਕੁਝ ਸੋਚ ਸਮਝ ਕੇ ਗੁਰਬਾਜ ਕਹਿੰਦਾ, ਮੰਮੀ ਤੈਨੂੰ ਵਰਤਣ ਲਈ ਤਾਂ ਪੈਨਸ਼ਨ ਆਉਂਦੀ ਹੈ ਤੇ ਤੂੰ ਕਿਰਾਏ ਤੇ ਮਿਲਣ ਵਾਲੇ ਪੈਸਿਆਂ ਦੀ FD ਕਰਵਾ ਦਿਆ ਕਰ। ਬਚਨ ਕੌਰ ਕਹਿੰਦੀ, ਨਹੀਂ ਗੁਰਬਾਜ, ਉਹ ਪੈਸੇ ਤਾਂ ਮੈਂ ਕੁਲਵਿੰਦਰ ਨੂੰ ਦੇ ਦਿੰਦੀ ਹਾਂ, ਇਸ ਨਾਲ ਉਸਦੇ ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ। ਵੈਸੇ ਵੀ ਐਡਾ ਵੱਡਾ ਘਰ ਖਾਲੀ ਹੀ ਪਿਆ ਸੀ ਤੇ ਤੇਰੇ ਪਿਓ ਦੀ ਪ੍ਰੋਪਰਟੀ ਤੇ ਉਸਦਾ ਵੀ ਤਾਂ ਹੱਕ ਹੈ।
ਤਾਂ ਗੁਰਬਾਜ਼ ਕਹਿੰਦਾ ਮੰਮੀ ਮੈਂ ਇਹ ਕਦੋਂ ਕਹਿ ਰਿਹਾ ਕਿ ਉਸਦਾ ਹੱਕ ਨਹੀਂ ਹੈ, ਪਰ ਕੀ ਸਿਰਫ ਉਸਦਾ ਹੀ ਹੱਕ ਹੈ, ਮੇਰਾ ਨਹੀਂ? ਗੁਰਬਾਜ਼ ਅਜੇ ਇਹ ਸਭ ਕੁਝ ਬੋਲ ਹੀ ਰਿਹਾ ਸੀ ਤਾਂ ਬਚਨ ਕੌਰ ਗੁੱਸੇ ਨਾਲ ਕਹਿੰਦੀ ਇਹ ਮੇਰਾ ਘਰ ਹੈ, ਮੇਰੇ ਘਰ ਵਾਲੇ ਦੀ ਕਮਾਈ ਨਾਲ ਬਣਿਆ ਹੈ ਤੇ ਇਸ 'ਤੇ ਤਾਂ ਤੇਰਾ ਜਾਂ ਕਿਸੇ ਦਾ ਵੀ ਹੱਕ ਨਹੀਂ ਹੈ। ਮੇਰਾ ਜਿਸ ਨੂੰ ਜੀ ਕਰੇਗਾ ਉਹਨਾਂ ਨੂੰ ਹੀ ਦਿਆਂਗੇ। ਇੰਨੇ ਦਿਨਾਂ ਵਿੱਚ ਕੁਲਵਿੰਦਰ ਨੇ ਆਪਣੀ ਮਾਂ ਦਾ ਬੜੀ ਚੰਗੀ ਤਰ੍ਹਾਂ ਬ੍ਰੇਨ ਵਾਸ਼ ਕੀਤਾ ਸੀ ਕਿ ਬਚਨ ਕੌਰ ਨੂੰ ਗੁਰਬਾਜ਼ ਤੇ ਸਿਮਰਨ ਦੁਸ਼ਮਣ ਲੱਗਣ ਲੱਗ ਗਏ। ਇਹ ਗੱਲ ਕੁਲਵਿੰਦਰ ਨੇ ਆਪਣੀ ਮਾਂ ਦੇ ਦਿਮਾਗ ਵਿੱਚ ਕੁੱਟ-ਕੁੱਟ ਕੇ ਭਰ ਦਿੱਤੀ ਸੀ ਕਿ ਗੁਰਬਾਜ਼ ਨੇ ਪਾਪਾ ਦਾ ਕਿਸੇ ਛੋਟੇ-ਮੋਟੇ ਹਸਪਤਾਲ ਵਿੱਚ ਇਲਾਜ ਕਰਵਾਇਆ ਹੋਵੇਗਾ, ਇਸ ਕਰਕੇ ਉਹਨਾਂ ਦੀ ਮੌਤ ਹੋ ਗਈ। ਜੇ ਚੰਗੇ ਹਸਪਤਾਲ ਵਿੱਚ ਕਰਾਇਆ ਹੁੰਦਾ ਤਾਂ ਪਾਪਾ ਦੀ ਮੌਤ ਨਾ ਹੁੰਦੀ। ਬਚਨ ਕੌਰ ਕੁਲਵਿੰਦਰ ਦੀਆਂ ਇਹਨਾਂ ਗੱਲਾਂ ਵਿੱਚ ਆ ਗਈ ਸੀ, ਜਿਸ ਕਰਕੇ ਉਹ ਆਪਣੇ ਪੁੱਤ ਤੇ ਨੂੰਹ ਤੇ ਚੜ੍ਹਨ ਲੱਗ ਗਈ ਸੀ। ਗੁਰਬਾਜ਼ ਨੇ ਜਦੋਂ ਆਪਣੀ ਮਾਂ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਤਾਂ ਉਸਨੇ ਸੋਚਿਆ ਅੱਜ ਤੋਂ ਬਾਅਦ ਮੈਂ ਕਿਸੇ ਵੀ ਗੱਲ ਵਿੱਚ ਨਹੀਂ ਆਵਾਂਗਾ। ਜੋ ਮੰਮੀ ਕਰਦੀ ਆ ਉਹ ਕਰੇ। ਵੈਸੇ ਵੀ ਮੰਮੀ ਲਈ ਉਸਦੀ ਧੀ ਹੀ ਸਭ ਕੁਝ ਹੈ। ਸਿਮਰਨ ਵੈਸੇ ਤਾਂ ਆਪਣੀ ਸੱਸ ਨੂੰ ਕੁਝ ਨਹੀਂ ਕਹਿੰਦੀ ਸੀ, ਪਰ ਕਦੇ-ਕਦੇ ਉਸਦੀਆਂ ਇਹੋ ਜਿਹੀਆਂ ਗੱਲਾਂ ਤੇ ਉਸਨੂੰ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਜਦੋਂ ਦਾ ਉਸਦਾ ਵਿਆਹ ਹੋਇਆ ਸੀ ਉਸਨੂੰ ਉਸਦੀ ਸੱਸ ਤੇ ਨਨਾਣ ਗੱਲਾਂ-ਗੱਲਾਂ ਵਿੱਚ ਉਸਨੂੰ ਬਹੁਤ ਤਾਨੇ ਮਿਹਣੇ ਮਾਰਦੀਆਂ ਸੀ। ਖੈਰ ਕੁਝ ਦਿਨਾਂ ਵਾਸਤੇ ਗੁਰਬਾਜ਼ ਤੇ ਸਿਮਰਨ ਇੱਥੇ ਸੀ ਤੇ ਇੱਕ ਦਿਨ ਰਾਤ ਨੂੰ ਕੁਲਵਿੰਦਰ ਵੀ ਰਹਿ ਪਈ। ਤਾਂ ਗੁਰਬਾਜ਼ ਦਾ ਮੁੰਡਾ ਦੁੱਧ ਪੀਣ ਲਈ ਰੋ ਰਿਹਾ ਸੀ। ਉਸ ਦਿਨ ਦੁੱਧ ਥੋੜ੍ਹਾ ਸੀ। ਬੱਚਾ ਛੋਟਾ ਹੋਣ ਕਰਕੇ ਸਿਮਰਨ ਨੇ ਉਹ ਦੁੱਧ ਆਪਣੇ ਮੁੰਡੇ ਨੂੰ ਦੇ ਦਿੱਤਾ। ਇਸ ਗੱਲ 'ਤੇ ਵੀ ਕੁਲਵਿੰਦਰ ਨੇ ਆਪਣੀ ਮਾਂ ਦੇ ਕੰਨ ਭਰ ਦਿੱਤੇ ਤੇ ਬਹੁਤ ਵੱਡਾ ਕਲੇਸ਼ ਕਰਵਾਇਆ ਕਿ ਮੇਰੇ ਬੱਚੇ ਵੀ ਘਰੇ ਸੀ ਤੇ ਭਾਬੀ ਨੇ ਸਾਰਾ ਦੁੱਧ ਆਪਣੇ ਮੁੰਡੇ ਨੂੰ ਦੇ ਦਿੱਤਾ। ਇਸ ਗੱਲ 'ਤੇ ਬਚਨ ਕੌਰ ਨੇ ਆਪਣੇ ਪੁੱਤ ਤੇ ਨੂੰਹ ਨੂੰ ਬਹੁਤ ਕੁਝ ਕਿਹਾ। ਇਸ ਗੱਲ 'ਤੇ ਗੁਰਬਾਜ਼ ਕਹਿੰਦਾ ਮੰਮੀ ਬੱਚਾ ਛੋਟਾ ਹੈ, ਉਸਨੇ ਕੁਝ ਖਾਣਾ ਨਹੀਂ ਤੇ ਉਸਨੂੰ ਨੀਂਦ ਆ ਰਹੀ ਸੀ, ਇਸ ਕਰਕੇ ਸਿਮਰਨ ਨੇ ਉਸਨੂੰ ਦੁੱਧ ਦੇ ਦਿੱਤਾ। ਕੁਲਵਿੰਦਰ ਦੇ ਬੱਚੇ ਵੱਡੇ ਆ ਤੇ ਉਹ ਰੋਟੀ ਵੀ ਖਾ ਲੈਂਦੇ ਨੇ, ਪਰ ਬਚਨ ਕੌਰ ਸਮਝਣ ਦੀ ਬਜਾਏ ਕੋਲ ਖੜੀ ਸਿਮਰਨ ਨੂੰ ਕਹਿੰਦੀ ਇਹਦੀ ਹਿੰਮਤ ਕਿਵੇਂ ਹੋਈ ਦੁੱਧ ਆਪਣੇ ਮੁੰਡੇ ਨੂੰ ਦੇਣ ਤੇ ਮੇਰੇ ਦੋਤੇ ਤੇ ਦੋਤੀ ਨੂੰ ਨਾ ਦੇਣ ਦੀ? ਇਹ ਤੇਰੇ ਪੈਸਿਆਂ ਨਾਲ ਦੁੱਧ ਨਹੀਂ ਆਇਆ। ਅੱਜ ਸਿਮਰਨ ਦੇ ਬੰਨ ਟੁੱਟ ਗਿਆ ਤੇ ਸਿਮਰਨ ਕਹਿੰਦੀ ਮੰਮੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਲਕਿ ਬਰਾਬਰ ਦਾ ਹੱਕ ਨਹੀਂ, ਸਾਰਾ ਹੱਕ ਹੀ ਤੁਹਾਡੀ ਧੀ ਦਾ। ਮੇਰਾ ਜਾਂ ਮੇਰੇ ਬੱਚਿਆਂ ਦਾ ਜਾਂ ਗੁਰਬਾਜ਼ ਦਾ ਇਸ ਘਰ 'ਤੇ ਕੋਈ ਹੱਕ ਨਹੀਂ। ਸਾਡਾ ਤਾਂ ਸਿਰਫ ਫਰਜ਼ ਹੈ, ਹੱਕ ਤਾਂ ਸਿਰਫ ਤੁਹਾਡੀ ਧੀ ਦਾ ਹੀ ਹੈ। ਕੋਈ ਗੱਲ ਨਹੀਂ, ਮੇਰੇ ਘਰ ਵਾਲਾ ਵੀ ਭਿਖਾਰੀ ਨਹੀਂ ਹੈ ਤੇ ਬਹੁਤ ਸਹਿ ਲਈਆਂ ਤੁਹਾਡੀਆਂ ਗੱਲਾਂ। ਹਰ ਇੱਕ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਤੁਸੀਂ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜਿਸ ਤਰ੍ਹਾਂ ਤੁਸੀਂ ਸਾਰੇ ਹੱਕ ਆਪਣੀ ਧੀ ਨੂੰ ਦਿੱਤੇ ਆ ਤੇ ਸਾਰੇ ਫਰਜ਼ ਵੀ ਉਸ ਨੂੰ ਹੀ ਨਿਭਾਉਣ ਲਈ ਕਹੋ। ਸਿਮਰਨ ਕਹਿੰਦੀ ਗੁਰਬਾਜ਼ ਚਲੋ ਇੱਥੋਂ ਅੱਜ ਹੀ ਚੱਲਦੇ ਹਾਂ। ਗੁਰਬਾਜ਼ ਵੀ ਬਹੁਤ ਦੇਰ ਦਾ ਇਹ ਸਭ ਕੁਝ ਦੇਖ ਰਿਹਾ ਸੀ ਤੇ ਉਸ ਨੂੰ ਸਮਝ ਆ ਗਈ ਸੀ ਕਿ ਮੰਮੀ ਨੂੰ ਸਮਝਾਉਣ ਦਾ ਹੁਣ ਕੋਈ ਫਾਇਦਾ ਨਹੀਂ ਤੇ ਵੈਸੇ ਵੀ ਕੁਲਵਿੰਦਰ ਇਹੀ ਚਾਹੁੰਦੀ ਸੀ ਕਿ ਗੁਰਬਾਜ਼ ਤੇ ਸਿਮਰਨ ਇੱਥੋਂ ਚਲੇ ਜਾਣ। ਗੁਰਬਾਜ਼ ਤੇ ਸਿਮਰਨ ਘਰੋਂ ਚਲੇ ਗਏ। ਬਚਨ ਕੌਰ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਸਿਮਰਨ ਤੇ ਗੁਰਬਾਜ਼ ਸਿਰਫ ਤੇ ਸਿਰਫ ਪੈਸਿਆਂ ਕਰਕੇ ਹੀ ਉਸਦੇ ਕੋਲ ਆਉਂਦੇ ਆ ਤੇ ਉਧਰ ਕੁਲਵਿੰਦਰ ਨੂੰ ਪਤਾ ਸੀ ਕਿ ਮੇਰੀ ਮਾਂ ਕੋਲ ਪੈਸੇ ਜਮ੍ਹਾਂ ਨੇ। ਉਹ ਹੌਲੀ-ਹੌਲੀ ਬਹਾਨਿਆਂ ਨਾਲ ਉਸ ਤੋਂ ਪੈਸੇ ਕਢਾਉਣ ਲੱਗ ਗਈ। ਪਹਿਲਾਂ ਉਸਨੇ ਆਪਣੀ ਕੁੜੀ ਨੂੰ ਆਪਣੀ ਨਾਨੀ ਤੋਂ ਆਈਫੋਨ ਲੈਣ ਲਈ ਕਿਹਾ ਤਾਂ ਬਚਨ ਕੌਰ ਨੇ ਉਸ ਨੂੰ ਆਈਫੋਨ ਲੈ ਕੇ ਦਿੱਤਾ। ਫਿਰ ਕੁਲਵਿੰਦਰ ਦੀ ਕੁਝ ਦਿਨਾਂ ਬਾਅਦ ਮੈਰਿਜ ਐਨਵਰਸਰੀ ਸੀ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਮੰਮੀ ਇਸ ਵਾਰ ਮੈਂ ਆਪਣੀ ਮੈਰਿਜ ਐਨਵਰਸਰੀ ਮਨਾਵਾਂਗੀ, ਕਿਉਂਕਿ ਮੇਰੀ ਜਠਾਣੀ ਹਰ ਸਾਲ ਮਨਾਉਂਦੀ ਹੈ ਤੇ ਨਵੇਂ-ਨਵੇਂ ਗਹਿਣੇ ਪਾਉਂਦੀ ਹੈ। ਇਸ ਵਾਰ ਮੈਂ ਵੀ ਉਸ ਨੂੰ ਦਿਖਾਵਾਂਗੀ ਮੈਂ ਵੀ ਘੱਟ ਨਹੀਂ ਹਾਂ। ਬਚਨ ਕੌਰ ਕਹਿੰਦੀ ਹਾਂ ਬੇਟਾ ਤੂੰ ਵੀ ਐਨਵਰਸਰੀ ਮਨਾ, ਤੂੰ ਕਿਹੜਾ ਕਿਸੇ ਤੋਂ ਘੱਟ ਹੈ। ਫਿਰ ਕੁਲਵਿੰਦਰ ਕਹਿੰਦੀ ਮੇਰੀ ਜਠਾਣੀ ਦੀ ਐਨਵਰਸਰੀ ਨੂੰ ਉਸਦੀ ਮੰਮੀ ਕੋਈ ਨਾ ਕੋਈ ਗਹਿਣਾ ਜ਼ਰੂਰ ਦੇ ਕੇ ਜਾਂਦੀ ਹੈ। ਤਾਂ ਬਚਨ ਕੌਰ ਕਹਿੰਦੀ ਠੀਕ ਹੈ, ਮੈਂ ਵੀ ਤੈਨੂੰ ਲੋਕਰ ਵਿੱਚੋਂ ਕਢਾ ਕੇ ਕੁਝ ਦੇ ਦਿਆਂਗੀ। ਉੱਧਰ ਗੁਰਬਾਜ਼ ਨੂੰ ਤੇ ਸਿਮਰਨ ਨੂੰ ਪਤਾ ਸੀ ਕਿ ਕੁਲਵਿੰਦਰ ਕੀ ਖੇਡ ਖੇਡ ਰਹੀ ਹੈ, ਜਿਸ ਵਿੱਚ ਉਸਦਾ ਘਰ ਵਾਲਾ ਉਸਦਾ ਬਰਾਬਰ ਸਾਥ ਦੇ ਰਿਹਾ ਸੀ। ਕਿੰਨਾ ਗਿਰ ਸਕਦਾ ਹੈ ਕੋਈ ਪੈਸਿਆਂ ਦੇ ਲਾਲਚ ਵਿੱਚ, ਇਹ ਕੁਲਵਿੰਦਰ ਤੇ ਉਸਦੇ ਘਰ ਵਾਲੇ ਨੇ ਦਿਖਾ ਦਿੱਤਾ ਸੀ। ਪਰ ਹਰ ਇੱਕ ਬੁਰਾਈ ਦਾ ਅੰਤ ਤਾਂ ਆਉਂਦਾ ਹੀ ਹੈ ਤੇ ਇਸ ਬੁਰਾਈ ਦਾ ਅੰਤ ਵੀ ਆਉਣਾ ਹੀ ਸੀ। ਇੱਕ ਦਿਨ ਰਾਤ ਨੂੰ ਬਚਨ ਕੌਰ ਦੇ ਪੇਟ ਵਿੱਚ ਦਰਦ ਹੋਣ ਲੱਗ ਗਿਆ। ਦਰਦ ਇੰਨਾ ਜ਼ਿਆਦਾ ਹੋ ਰਿਹਾ ਸੀ ਕਿ ਬਚਨ ਕੌਰ ਚੀਕਾਂ ਮਾਰ ਰਹੀ ਸੀ। ਕੁਲਵਿੰਦਰ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰੇ। ਉਸ ਨੂੰ ਪਿੰਡ ਵਿੱਚ ਹੀ ਡਾਕਟਰ ਕੋਲ ਲੈ ਕੇ ਬਚਨ ਕੌਰ ਬਹੁਤ ਬੇਹਾਲ ਸੀ, ਜਿਸ ਕਰਕੇ ਉਹ ਪੈਸੇ ਲੈ ਕੇ ਨਾ ਗਈ। ਕੁਲਵਿੰਦਰ ਨੂੰ ਪਤਾ ਸੀ ਕਿ ਪੈਸੇ ਮੈਨੂੰ ਦੇਣੇ ਪੈਣਗੇ, ਇਸ ਕਰਕੇ ਉਹ ਪਿੰਡ ਵਿੱਚ ਉਹੋ ਜਿਹੇ ਹੀ ਡਾਕਟਰ ਕੋਲ ਲੈ ਗਈ। ਉਸਨੇ ਬਚਨ ਕੌਰ ਨੂੰ ਗੈਸ ਤੇਜ਼ਾਬ ਦੀ ਦਵਾਈ ਦੇ ਕੇ ਮੋੜ ਦਿੱਤਾ। ਕੁਲਵਿੰਦਰ ਵੀ ਚੁੱਪਚਾਪ ਆਪਣੀ ਮਾਂ ਨੂੰ ਲੈ ਕੇ ਘਰੇ ਆ ਗਈ ਤੇ ਕਹਿੰਦੀ ਮੰਮੀ ਕੋਈ ਘਬਰਾਉਣ ਵਾਲੀ ਗੱਲ ਨਹੀਂ। ਪਰ ਕੁਲਵਿੰਦਰ ਨੂੰ ਦੇਖ ਕੇ ਇਹ ਪਤਾ ਲੱਗ ਗਿਆ ਸੀ ਕਿ ਦਰਦ ਗੈਸ ਤੇਜ਼ਾਬ ਦੀ ਨਹੀਂ ਬਲਕਿ ਕੋਈ ਗੰਭੀਰ ਬਿਮਾਰੀ ਹੈ ਤੇ ਹੁਣ ਇੱਥੇ ਰਹਿਣ ਨਾਲ ਉਸਦਾ ਨੁਕਸਾਨ ਹੈ। ਇਸ ਕਰਕੇ ਕੁਲਵਿੰਦਰ ਨੇ ਉੱਥੋਂ ਜਾਣ ਵਿੱਚ ਹੀ ਆਪਣੀ ਭਲਾਈ ਤੇ ਸੋਚ ਵਿਚਾਰ ਕੇ ਕਹਿੰਦੀ ਮੰਮੀ
ਮੇਰੇ ਸਹੁਰਿਆਂ ਦਾ ਫੋਨ ਆਇਆ ਹੈ, ਮੇਰੇ ਚਾਚੇ ਸਹੁਰੇ ਦੀ ਕੁੜੀ ਦਾ ਵਿਆਹ ਹੈ ਅਤੇ ਮੈਨੂੰ ਜਾਣਾ ਪਏਗਾ, ਇਸ ਕਰਕੇ ਮੈਨੂੰ 1 ਮਹੀਨੇ ਲਈ ਜਾਣਾ ਹੈ। ਬਚਨ ਕੌਰ ਕਹਿੰਦੀ ਤੂੰ ਮੈਨੂੰ ਇਕੱਲੀ ਛੱਡ ਕੇ ਜਾਏਂਗੀ, ਤੂੰ ਇੱਥੋਂ ਹੀ ਵਿਆਹ 'ਤੇ ਚਲੀ ਜਾਈਂ, ਅਤੇ ਵੈਸੇ ਵੀ ਵਿਆਹ ਵਿੱਚ ਕਿੰਨੇ ਦਿਨ ਪਏ ਆ ਅਤੇ ਮੈਂ ਠੀਕ ਨਹੀਂ ਅਤੇ ਉੱਤੋਂ ਤੂੰ ਚਲੀ ਜਾਏਂਗੀ ਤਾਂ ਮੇਰਾ ਕੀ ਹੋਏਗਾ। ਕੁਲਵਿੰਦਰ ਕਹਿੰਦੀ ਨਹੀਂ ਮੰਮੀ, ਮੈਂ ਇੱਥੇ ਨਹੀਂ ਰਹਿ ਸਕਦੀ, ਜੇ ਮੈਂ ਨਾ ਗਈ ਤਾਂ ਲੋਕ ਬਹੁਤ ਗੱਲਾਂ ਕਰਨਗੇ ਅਤੇ ਵੈਸੇ ਵੀ ਇਹ ਤਾਂ ਤੇਰੇ ਪੁੱਤ ਅਤੇ ਨੂੰਹ ਦੀ ਹੀ ਜ਼ਿੰਮੇਵਾਰੀ ਹੈ, ਤੂੰ ਆਪਣੀ ਨੂੰਹ ਨੂੰ ਬੁਲਾ ਲਿਆ, ਉਹਨਾਂ ਦਾ ਫਰਜ਼ ਬਣਦਾ ਤੇਰਾ ਇਲਾਜ ਕਰਵਾਉਣ ਦਾ। ਆਪਣੀ ਮਾਂ ਦੀ ਗੱਲ ਸੁਣੇ ਬਿਨਾਂ ਕੁਲਵਿੰਦਰ ਉੱਥੋਂ ਚਲੀ ਗਈ। ਅੱਜ ਬਚਨ ਕੌਰ ਨੂੰ ਆਪਣੀ ਧੀ ਦੀ ਇਸ ਹਰਕਤ 'ਤੇ ਬਹੁਤ ਦੁੱਖ ਹੋ ਰਿਹਾ ਸੀ। ਜਿਸ ਧੀ ਲਈ ਉਸਨੇ ਆਪਣੇ ਪੁੱਤ ਤੇ ਨੂੰਹ ਨੂੰ ਹਮੇਸ਼ਾ ਗਲਤ ਕਿਹਾ ਸੀ, ਅੱਜ ਉਸਨੇ ਆਪਣੀ ਅਸਲੀਅਤ ਦਿਖਾ ਦਿੱਤੀ ਸੀ, ਕਿਉਂਕਿ ਬਚਨ ਕੌਰ ਨੂੰ ਵੀ ਪਤਾ ਲੱਗ ਗਿਆ ਸੀ ਮੈਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ। ਇਸ ਟਾਈਮ 'ਤੇ ਧੀ ਨੇ ਵੀ ਆਪਣਾ ਪੱਲਾ ਝਾੜ ਲਿਆ, ਪਰ ਹੁਣ ਬਚਨ ਕੌਰ ਕਰ ਵੀ ਕੀ ਸਕਦੀ ਸੀ। ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ ਤੇ ਆਪਣਾ ਪੁੱਤ ਤੇ ਨੂੰਹ ਯਾਦ ਆ ਰਹੇ ਸੀ। ਨੂੰਹ ਨੇ ਤਾਂ ਇੰਨਾ ਕੁਝ ਸਹਿਣ ਤੋਂ ਬਾਅਦ ਪਲਟ ਕੇ ਜਵਾਬ ਦਿੱਤਾ ਸੀ, ਅੱਜ ਉਸ ਨੂੰ ਆਪਣੀ ਗਲਤੀ ਵੀ ਦਿਸ ਰਹੀ ਸੀ। ਅੱਜ ਬਚਨ ਕੌਰ ਸੋਚ ਰਹੀ ਸੀ ਕਿ ਦੁਨੀਆ ਹਮੇਸ਼ਾ ਪੁੱਤ ਤੇ ਨੂੰਹ ਨੂੰ ਹੀ ਗਲਤ ਸਮਝਦੀ ਹੈ, ਪਰ ਕਈ ਵਾਰ ਮਾਂ ਪਿਓ ਵੀ ਗਲਤ ਹੁੰਦੇ ਆ ਜੋ ਨੂੰਹ ਨੂੰ ਕਦੇ ਆਪਣਾ ਨਹੀਂ ਸਮਝ ਸਕਦੇ ਤੇ ਹਮੇਸ਼ਾ ਆਪਣੀ ਧੀ ਨੂੰ ਹੀ ਆਪਣਾ ਸਮਝਦੇ ਆ, ਜਦ ਕਿ ਧੀ ਤਾਂ ਵਿਆਹ ਤੋਂ ਪਿੱਛੋਂ ਪਰਾਈ ਹੋ ਜਾਂਦੀ ਹੈ। ਅੱਜ ਬਚਨ ਕੌਰ ਆਪਣੇ ਪੁੱਤ ਨੂੰ ਫੋਨ ਕਰਨਾ ਚਾਹੁੰਦੀ ਸੀ, ਪਰ ਪਿਛਲੀ ਵਾਰ ਜੋ ਕੁਝ ਵੀ ਹੋਇਆ ਉਸ ਨੂੰ ਯਾਦ ਕਰਕੇ ਉਸ ਦਾ ਦਿਲ ਨਹੀਂ ਕਰ ਰਿਹਾ ਸੀ ਤੇ ਉਹ ਆਪਣੇ ਪੁੱਤ ਨੂੰ ਆਪਣੀ ਤਕਲੀਫ ਦੱਸੇ। ਪਰ ਕੁਲਵਿੰਦਰ ਬਹੁਤ ਚਲਾਕ ਸੀ, ਉਸ ਨੂੰ ਪਤਾ ਸੀ ਕਿ ਮਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ, ਜੇ ਮਾਂ ਨੂੰ ਕੁਝ ਹੋ ਗਿਆ ਤਾਂ ਉਸਦੇ ਹੱਥੋਂ ਸਭ ਕੁਝ ਚਲਾ ਜਾਏਗਾ ਤੇ ਜਦੋਂ ਮੰਮੀ ਠੀਕ ਹੋ ਗਈ ਤਾਂ ਫਿਰ ਉਹ ਆਪਣੀ ਮਾਂ ਨੂੰ ਗੱਲਾਂ ਵਿੱਚ ਫਸਾ ਲਏਗੀ। ਇਸ ਕਰਕੇ ਉਸਨੇ ਖੁਦ ਹੀ ਗੁਰਬਾਜ਼ ਨੂੰ ਫੋਨ ਕੀਤਾ ਤੇ ਕਹਿੰਦੀ ਮੰਮੀ ਦੀ ਸਿਹਤ ਠੀਕ ਨਹੀਂ, ਉਸਦੇ ਪੇਟ ਵਿੱਚ ਦਰਦ ਹੋ ਰਿਹਾ ਤਾਂ ਉਸ ਨੂੰ ਲੈ ਜਾ ਕੇ ਚੰਗੇ ਡਾਕਟਰ ਨੂੰ ਦਿਖਾ, ਇੱਥੇ ਤਾਂ ਕੋਈ ਚੰਗਾ ਡਾਕਟਰ ਨਹੀਂ ਹੈ, ਇਸ ਕਰਕੇ ਮੈਂ ਦਿਖਾਇਆ ਨਹੀਂ, ਵੈਸੇ ਵੀ ਤੇਰਾ ਫਰਜ਼ ਬਣਦਾ ਹੈ। ਗੁਰਬਾਜ਼ ਕਹਿੰਦਾ ਹਾਂ ਫਰਜ਼ ਤਾਂ ਮੇਰੇ ਹੀ ਨੇ, ਤੇਰਾ ਤਾਂ ਸਿਰਫ ਹੱਕ ਹੈ, ਖੈਰ ਮੇਰੀ ਮਾਂ ਹੈ, ਮੈਂ ਤਾਂ ਕਰਾਂਗਾ ਹੀ। ਫਿਰ ਕੁਲਵਿੰਦਰ ਕਹਿੰਦੀ ਜੋ ਤੂੰ ਸਮਝਣਾ ਹੈ ਸਮਝ ਲੈ, ਮੈਨੂੰ ਇਸ ਨਾਲ ਕੋਈ ਮਤਲਬ ਨਹੀਂ। ਇੰਨਾ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਗੁਰਬਾਜ਼ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਹਿੰਦਾ ਮੰਮੀ ਤੂੰ ਠੀਕ ਨਹੀਂ ਹੈ, ਤੂੰ ਸਾਨੂੰ ਦੱਸਿਆ ਵੀ ਨਹੀਂ, ਮੈਂ ਕੱਲ੍ਹ ਨੂੰ ਆਵਾਂਗਾ, ਦੇਖ ਇੱਥੇ ਆ ਕੇ ਦੇਖਾਂਗਾ ਕੀ ਹੋਏਗਾ। ਬਚਨ ਕੌਰ ਕਹਿੰਦੀ ਨਹੀਂ ਬੇਟਾ, ਕੋਈ ਖਾਸ ਦਿੱਕਤ ਨਹੀਂ ਹੈ, ਤੂੰ ਰਹਿਣ ਦੇ। ਮਾਂ ਆਪਣੇ ਕੀਤੇ 'ਤੇ ਬਹੁਤ ਸ਼ਰਮਿੰਦਾ ਸੀ, ਇਸ ਕਰਕੇ ਉਹ ਆਪਣੇ ਪੁੱਤ ਤੇ ਨੂੰਹ ਨੂੰ ਬੁਲਾਉਣਾ ਨਹੀਂ ਚਾਹੁੰਦੀ ਸੀ, ਪਰ ਉਹ ਪੇਟ ਦੇ ਦਰਦ ਕਰਕੇ ਬਹੁਤ ਤਕਲੀਫ ਵਿੱਚ ਸੀ। ਗੁਰਬਾਜ਼ ਕਹਿੰਦਾ ਮੰਮੀ ਤੂੰ ਪਰੇਸ਼ਾਨ ਨਾ ਹੋ, ਮੈਂ ਤੇ ਸਿਮਰਨ ਜਲਦ ਤੋਂ ਜਲਦ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਤੇਰਾ ਇੱਥੇ ਹੀ ਚੰਗੇ ਹਸਪਤਾਲ ਵਿੱਚ ਚੈੱਕਅਪ ਕਰਵਾਵਾਂਗੇ। ਬਚਨ ਕੌਰ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹੇ, ਕਿਉਂਕਿ ਉਸਨੇ ਆਪਣੀ ਧੀ ਲਈ ਹਮੇਸ਼ਾ ਆਪਣੇ ਪੁੱਤ ਦਾ ਦਿਲ ਦੁਖਾਇਆ ਸੀ। ਉਹ ਕਹਿੰਦੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਫਿਰ ਗੁਰਬਾਜ਼ ਤੇ ਸਿਮਰਨ ਘਰ ਜਾਣ ਲਈ ਇੰਤਜ਼ਾਮ ਕਰਨ ਲੱਗੇ। ਫੋਨ ਰੱਖ ਕੇ ਬਚਨ ਕੌਰ ਆਪਣੀਆਂ ਇੱਕ ਇੱਕ ਗਲਤੀਆਂ ਨੂੰ ਸੋਚਣ ਲੱਗੀ। ਅਗਲੇ ਦਿਨ ਗੁਰਬਾਜ਼ ਤੇ ਸਿਮਰਨ ਵੀ ਪਹੁੰਚ ਗਏ। ਗੁਰਬਾਜ਼ ਆਉਂਦੇ ਹੀ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਗਿਆ ਤੇ ਉਹਨਾਂ ਦਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਬਚਨ ਕੌਰ ਨੂੰ ਗੁਰਦੇ ਵਿੱਚ ਪੱਥਰੀ ਹੈ, ਜਿਸ ਦਾ ਜਲਦ ਤੋਂ ਜਲਦ ਆਪਰੇਸ਼ਨ ਕਰਨਾ ਪਏਗਾ। ਗੁਰਬਾਜ਼ ਕਹਿੰਦਾ ਠੀਕ ਹੈ ਡਾਕਟਰ ਸਾਹਿਬ, ਤੁਸੀਂ ਆਪਰੇਸ਼ਨ ਕਰੋ ਤੇ ਡਾਕਟਰ ਨੇ ਕਿਹਾ ਤੁਸੀਂ 30,000 ਜਮ੍ਹਾਂ ਕਰਵਾ ਦਿਓ। ਗੁਰਬਾਜ਼ ਨੇ 30,000 ਰੁਪਏ ਜਮ੍ਹਾਂ ਕਰਵਾ ਦਿੱਤੇ। ਬਚਨ ਕੌਰ ਦੇ ਅਕਾਊਂਟ ਵਿੱਚ ਤਾਂ ਕੁਝ ਬਚਿਆ ਨਹੀਂ ਸੀ, ਕਿਉਂਕਿ ਸਭ ਕੁਝ ਉਸਨੇ ਕੁਲਵਿੰਦਰ ਦੇ ਬੱਚਿਆਂ 'ਤੇ ਖਰਚ ਕਰ ਦਿੱਤਾ ਸੀ ਤੇ ਜਿਹੜੀ ਪੈਨਸ਼ਨ ਆਉਂਦੀ ਸੀ ਉਹ ਆਪਣੇ ਖਰਚੇ ਤੋਂ ਬਚੇ ਬਾਕੀ ਕੁਲਵਿੰਦਰ ਨੂੰ ਦੇ ਦਿੰਦੀ ਸੀ। ਅੱਜ ਬਚਨ ਕੌਰ ਨੂੰ ਲੱਗ ਰਿਹਾ ਸੀ ਕਿ ਜਿਸ ਧੀ ਨੂੰ ਦੋਨਾਂ ਹੱਥਾਂ ਨਾਲ ਬਸ ਦਿੱਤਾ ਹੀ ਹੈ, ਉਸ ਧੀ ਨੇ ਉਸ ਡਾਕਟਰ ਨੂੰ ਤੱਕ ਨਹੀਂ ਦਿਖਾਇਆ ਆਪਣੇ ਪੈਸੇ ਬਚਾਉਣ ਲਈ, ਤੇ ਜਿਸ ਪੁੱਤ ਨੂੰ ਹਮੇਸ਼ਾ ਉਸਨੇ ਕੋਸਿਆ ਅੱਜ ਉਹੀ ਉਸਦੇ ਨਾਲ ਖੜਿਆ ਤੇ ਅਗਲੇ ਦਿਨ ਆਪਰੇਸ਼ਨ ਹੋਣਾ ਸੀ ਤੇ ਸਿਮਰਨ ਨੂੰ ਹਸਪੀਟਲ ਆਉਣਾ ਅਲਾਉਡ ਨਹੀਂ ਸੀ ਕਿਉਂਕਿ ਉਸ ਦਾ ਮੁੰਡਾ ਛੋਟਾ ਸੀ। ਤਾਂ ਬਚਨ ਕੌਰ ਨੇ ਕੁਲਵਿੰਦਰ ਨੂੰ ਫੋਨ ਕੀਤਾ ਕਿ ਕਿਹਾ ਕੁਲਵਿੰਦਰ ਸਿਮਰਨ ਹਸਪਤਾਲ ਨਹੀਂ ਜਾ ਸਕਦੀ, ਮੁੰਡਾ ਛੋਟਾ ਹੈ ਤੇ ਘਰੇ ਇਕੱਲੀ ਵੀ ਨਹੀਂ ਛੱਡੀ ਜਾ ਸਕਦੀ, ਤੂੰ ਆ ਜਾ, ਇੱਕ ਦਿਨ ਹਸਪਤਾਲ ਰਹਿ ਪਈ, ਬਸ ਇੱਕ ਦਿਨ ਦੀ ਹੀ ਗੱਲ ਹੈ, ਅਗਲੇ ਦਿਨ ਮੈਨੂੰ ਛੁੱਟੀ ਮਿਲ ਜਾਏਗੀ। ਪਰ ਕੁਲਵਿੰਦਰ ਨੇ ਸਾਫ਼ ਮਨਾ ਕਰ ਦਿੱਤਾ, ਨਹੀਂ ਮੰਮੀ ਮੈਨੂੰ ਹਸਪਤਾਲ ਦੀ ਸਮੈਲ ਤੋਂ ਉਲਟੀ ਆ ਜਾਂਦੀ ਹੈ, ਵੈਸੇ ਵੀ ਇਹ ਤੇਰੀ ਨੂੰਹ ਦਾ ਫਰਜ਼ ਹੈ ਤੇ ਨਾਲੇ ਵੈਸੇ ਵੀ ਉਹਦੇ ਪੇਕੇ ਨੇੜੇ ਹੀ ਆ, ਮੁੰਡੇ ਨੂੰ ਉਹਦੀ ਮਾਂ ਸੰਭਾਲ ਲਏਗੀ। ਇੰਨਾ ਕਹਿ ਕੇ ਕੁਲਵਿੰਦਰ ਨੇ ਫੋਨ ਰੱਖ ਦਿੱਤਾ। ਅੱਜ ਬਚਨ ਕੌਰ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਨਿਕਲ ਰਹੇ ਸੀ ਤੇ ਸੋਚਣ ਲੱਗੀ ਕਿ ਇਹ ਉਹੀ ਧੀ ਹੈ ਜਿਸ ਨੇ ਆਪਣੇ ਪਿਓ ਦੀ ਜ਼ਿੰਮੇਵਾਰੀ ਤੋਂ ਵੀ ਆਪਣਾ ਪੱਲਾ ਝਾੜ ਦਿੱਤਾ ਸੀ ਤੇ ਅੱਜ ਆਪਣੀ ਮਾਂ ਦੀ ਜ਼ਿੰਮੇਵਾਰੀ ਤੋਂ ਵੀ ਪੱਲਾ ਝਾੜ ਰਹੀ ਹੈ, ਪਰ ਆਪਣੇ ਹੱਕ ਬਹੁਤ ਚੰਗੀ ਤਰ੍ਹਾਂ ਦਿਵਾਉਂਦੀ ਹੈ।
ਗੁਰਬਾਜ਼ ਕਹਿੰਦਾ ਮੰਮੀ ਪਰੇਸ਼ਾਨ ਕਿਉਂ ਹੋ ਰਹੀ ਆ, ਇੱਕ ਦਿਨ ਦੀ ਆ ਗੱਲ ਆ, ਮੈਂ ਹੈਗਾ, ਹਸਪਤਾਲ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ, ਤੂੰ ਪਰੇਸ਼ਾਨ ਨਾ ਹੋ। ਫਿਰ ਆਪਰੇਸ਼ਨ ਤੋਂ ਬਾਅਦ ਬਚਨ ਕੌਰ ਘਰ ਆ ਗਈ। ਇਸ ਵਾਰ ਗੁਰਬਾਜ਼ ਵੀ ਲੰਮੀ ਛੁੱਟੀ ਲੈ ਕੇ ਆਇਆ। ਸਿਮਰਨ ਨੇ ਜੀ ਜਾਨ ਨਾਲ ਆਪਣੀ ਸੱਸ ਦੀ ਸੇਵਾ ਕੀਤੀ, ਪਰ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਰਹੀ ਸੀ, ਕਿਉਂਕਿ ਪਿਛਲੀ ਵਾਰ ਦੀਆਂ ਗੱਲਾਂ ਨੂੰ ਉਹ ਭੁੱਲ ਨਹੀਂ ਸਕੀ ਸੀ। ਇੱਕ ਗਲਾਸ ਦੁੱਧ ਲਈ ਕਿਸ ਤਰ੍ਹਾਂ ਮਾਂ ਧੀ ਨੇ ਉਸ ਦੀ ਬੇਇੱਜ਼ਤੀ ਕੀਤੀ ਸੀ, ਪਰ ਫਿਰ ਵੀ ਆਪਣਾ ਫਰਜ਼ ਨਿਭਾ ਰਹੀ ਸੀ। ਖੈਰ ਆਪਰੇਸ਼ਨ ਤੋਂ ਬਾਅਦ ਕੁਲਵਿੰਦਰ ਆਪਣਾ ਫਰਜ਼ ਨਿਭਾਉਣ ਲਈ ਆਈ ਤਾਂ ਬਚਨ ਕੌਰ ਕਹਿੰਦੀ ਮਿਲ ਗਿਆ ਟਾਈਮ ਤੈਨੂੰ ਆਪਣੀ ਮਾਂ ਨੂੰ ਮਿਲਣ ਦਾ। ਕੁਲਵਿੰਦਰ ਹੱਸ ਕੇ ਕਹਿੰਦੀ ਮੰਮੀ ਇਹ ਕਿਹੜਾ ਵੱਡੀ ਗੱਲ ਹੈ, ਪਥਰੀ ਤਾਂ ਆਮ ਜਿਹੀ ਗੱਲ ਹੈ, ਛੋਟਾ ਜਿਹਾ ਆਪਰੇਸ਼ਨ ਤਾਂ ਸੀ ਜੋ ਤੂੰ ਮੈਨੂੰ ਇਸ ਤਰ੍ਹਾਂ ਕਹਿ ਰਹੀ ਹੈ। ਚੱਲ ਛੱਡ ਇਹਨਾਂ ਗੱਲਾਂ ਨੂੰ। ਫਿਰ ਥੋੜ੍ਹੀ ਦੇਰ ਬੈਠਣ ਤੋਂ ਬਾਅਦ ਕੁਲਵਿੰਦਰ ਕਹਿੰਦੀ ਚੰਗਾ ਮੰਮੀ ਮੈਂ ਚੱਲਦੀ ਹਾਂ, ਬਹੁਤ ਕੰਮ ਹੈ ਮੈਨੂੰ ਘਰੇ। ਤੇ ਮੈਂ ਮੰਮੀ ਇਸ ਮਹੀਨੇ ਦਾ ਕਿਰਾਇਆ ਤਾਂ ਆ ਗਿਆ ਹੋਏਗਾ, ਉਹ ਮੈਨੂੰ ਦੇ ਦੇ, ਕੁੜੀ ਦੀ ਫੀਸ ਤੇ ਟਿਊਸ਼ਨ ਫੀਸ ਭਰਨੀ ਆ। ਬਚਨ ਕੌਰ ਕਹਿੰਦੀ ਕਿਰਾਇਆ ਤਾਂ ਆ ਗਿਆ ਪਰ ਮੈਂ ਤੈਨੂੰ ਨਹੀਂ ਦੇ ਸਕਦੀ, ਮੇਰੇ ਆਪਰੇਸ਼ਨ ਤੇ 50,000 ਰੁਪਈਆ ਲੱਗ ਗਿਆ, ਹੁਣ ਕਿਰਾਇਆ ਮੈਂ ਤੈਨੂੰ ਨਹੀਂ ਦੇ ਸਕਦੀ। ਤੇ ਵੈਸੇ ਵੀ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਮਾਂ ਪਿਓ ਦੀ ਹੁੰਦੀ ਹੈ। ਇੰਨਾ ਸੁਣ ਕੇ ਕੁਲਵਿੰਦਰ ਬੋਲਣ ਲੱਗ ਗਈ, ਕਹਿੰਦੀ ਵਾਹ ਮੰਮੀ, ਪੁੱਤ ਦੇ ਆਉਂਦੇ ਤੂੰ ਰੰਗ ਬਦਲ ਲਿਆ, ਇਹ ਨਾ ਭੁੱਲ ਕੇ ਪਾਪਾ ਦੀ ਪ੍ਰਾਪਰਟੀ ਤੇ ਮੇਰਾ ਵੀ ਹੱਕ ਬਣਦਾ। ਬਚਨ ਕੌਰ ਕਹਿੰਦੀ ਬਿਲਕੁਲ ਤੇਰਾ ਹੱਕ ਬਣਦਾ, ਚੱਲ ਅੱਜ ਹਿਸਾਬ ਕਿਤਾਬ ਕਰ ਹੀ ਲੈਂਦੇ ਹਾਂ, ਕਿਉਂਕਿ ਮੇਰੇ 2 ਬੱਚੇ ਆ, ਦੋਨਾਂ ਦਾ ਬਰਾਬਰ ਹੱਕ ਬਣਦਾ। ਜੇ ਬਰਾਬਰ ਹੱਕ ਬਣਦਾ ਤਾਂ ਦੋਨਾਂ ਦੇ ਫਰਜ਼ ਵੀ ਬਰਾਬਰ ਹੀ ਨੇ। ਹੁਣ ਤੱਕ ਤੂੰ ਘਰ ਦਾ ਕਿੰਨਾ ਕਿਰਾਇਆ ਲਿਆ? ਉਹ ਲਗਭਗ 2 ਲੱਖ ਹੋਣਗੇ, ਉਸ ਵਿੱਚੋਂ 1 ਲੱਖ ਆਪਣੇ ਭਰਾ ਨੂੰ ਦੇ ਦੇ। ਮੈਂ ਤੇਰੇ ਮੁੰਡੇ ਨੂੰ ਸਕੂਟਰੀ ਤੇ ਤੇਰੀ ਕੁੜੀ ਨੂੰ ਆਈਫੋਨ ਲੈ ਕੇ ਦਿੱਤਾ, ਦੋਨਾਂ ਦੀ ਕੀਮਤ ਲਗਭਗ 3 ਲੱਖ ਹੈ। ਹੁਣ ਇਹਨਾਂ ਦਾ ਮੁੰਡਾ ਤਾਂ ਛੋਟਾ ਹੈ ਤੇ ਇਹ ਸਭ ਚੀਜ਼ਾਂ ਤਾਂ ਨਹੀਂ ਲੈ ਸਕਦਾ, ਤੂੰ 3 ਲੱਖ ਵਿੱਚੋਂ 1.5 ਲੱਖ ਰੁਪਇਆ ਮੁੰਡੇ ਦੇ ਨਾਂ ਜਮ੍ਹਾਂ ਕਰਾ ਦੇ, ਤੇ ਬਾਕੀ ਜਿੰਨੀ ਪ੍ਰਾਪਰਟੀ ਹੈ ਮੈਂ ਉਹ ਤੁਹਾਡੇ ਦੋਨਾਂ ਵਿੱਚ ਬਰਾਬਰ ਵੰਡ ਦਿਆਂਗੀ। ਤੇ ਹਾਂ ਇੱਕ ਗੱਲ ਤਾਂ ਮੈਂ ਭੁੱਲ ਹੀ ਗਈ ਸੀ, ਜਦੋਂ ਤੇਰੇ ਪਾਪਾ ਨੂੰ ਅਸੀਂ ਰੁੜਕੀ ਲੈ ਕੇ ਗਏ ਸੀ ਤੇ ਆਉਣ ਜਾਣ ਦਾ ਖਰਚਾ ਲਗਭਗ 50,000 ਲੱਗਿਆ ਸੀ, ਵਿੱਚੋਂ 25,000 ਗੁਰਬਾਜ਼ ਨੂੰ ਦੇ ਦੇਈਂ, ਕਿਉਂਕਿ ਫਰਜ਼ ਤਾਂ ਤੇਰਾ ਵੀ ਬਰਾਬਰ ਸੀ। ਤੇ ਉਸ ਤੋਂ ਬਾਅਦ ਇਲਾਜ ਵਿੱਚ 5 ਲੱਖ ਰੁਪਈਆ ਲੱਗਿਆ ਸੀ, ਉਹ ਵੀ ਗੁਰਬਾਜ਼ ਨੇ ਦਿੱਤਾ ਸੀ। ਉਸ ਵਿੱਚੋਂ 2.5 ਲੱਖ ਰੁਪਈਆ ਤੂੰ ਗੁਰਬਾਜ਼ ਨੂੰ ਦੇ, ਕਿਉਂਕਿ ਜੇ ਲੈਣ ਦਾ ਹੱਕ ਬਣਦਾ ਤਾਂ ਦੇਣ ਦਾ ਵੀ ਫਰਜ਼ ਤੇਰਾ ਬਣਦਾ। ਇਸ ਤਰ੍ਹਾਂ ਤਾਂ ਹੁਣ ਨਹੀਂ ਹੋ ਸਕਦਾ ਕਿ ਸੇਵਾ ਮੇਰਾ ਪੁੱਤ ਨੂੰ ਕਰਨ ਤੇ ਮੇਵਾ ਮੇਰੀ ਧੀ ਖਾਵੇ। ਹਾਂ 1 ਮਹੀਨਾ ਇੱਥੇ ਰਹਿ ਕੇ ਮੇਰੀ ਸੇਵਾ ਕਰ, ਕਿਉਂਕਿ ਅਜੇ ਮੇਰੇ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ, ਉਸ ਤੋਂ ਬਾਅਦ ਮੈਂ ਪ੍ਰਾਪਰਟੀ ਬਰਾਬਰ ਵੰਡ ਦਿਆਂਗੀ। ਅੱਗੋਂ ਕੁਲਵਿੰਦਰ ਕਹਿੰਦੀ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਆ ਮੰਮੀ, ਤੇਰੇ ਤੇ ਪਾਪਾ ਦੇ ਇਲਾਜ ਦਾ ਪੈਸਾ ਮੈਂ ਕਿਉਂ ਦੇ ਦਾਂ, ਇਹ ਤਾਂ ਪੁੱਤ ਦਾ ਫਰਜ਼ ਹੁੰਦਾ। ਬਚਨ ਕੌਰ ਕਹਿੰਦੀ ਅੱਛਾ, ਜੇ ਤੇ ਧੀ ਲੈ ਸਕਦੀ ਆ ਤਾਂ ਫਿਰ ਉਹ ਸੇਵਾ ਕਿਉਂ ਨਹੀਂ ਕਰ ਸਕਦੀ, ਤੇ ਜਦੋਂ ਮੈਂ ਮਰਾਂਗੀ ਤਾਂ ਸਾਰਾ ਖਰਚਾ ਤੂੰ ਕਰੇਂਗੀ, ਕਿਉਂਕਿ ਗੁਰਬਾਜ਼ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ। ਜੇ ਤੂੰ ਪੁੱਤ ਬਣ ਕੇ ਹਿੱਸਾ ਲਏਂਗੀ ਤਾਂ ਤੈਨੂੰ ਫਰਜ਼ ਵੀ ਨਿਭਾਉਣਾ ਪਏਗਾ। ਅੱਜ ਕੁਲਵਿੰਦਰ ਨੂੰ ਸਮਝ ਆ ਗਈ ਸੀ ਕਿ ਮੰਮੀ ਅੱਜ ਮੈਨੂੰ ਮੇਰੀਆਂ ਗਲਤੀਆਂ ਦਾ ਅਹਿਸਾਸ ਕਰਾ ਕੇ ਰਹੇਗੀ। ਮੰਮੀ ਅੱਜ ਚੁੱਪ ਰਹਿਣ ਵਾਲੀ ਨਹੀਂ ਤੇ ਮੇਰੀਆਂ ਚਲਾਕੀਆਂ ਨੂੰ ਮੰਮੀ ਸਮਝ ਗਈ ਹੈ। ਫਿਰ ਕੁਲਵਿੰਦਰ ਕਹਿੰਦੀ ਚੱਲ ਛੱਡ ਮੰਮੀ ਇਹਨਾਂ ਗੱਲਾਂ ਨੂੰ, ਮੈਂ ਚੱਲਦੀ ਹਾਂ। ਬਚਨ ਕੌਰ ਕਹਿੰਦੀ ਚਲੀ ਜਾ, ਪਰ ਅਗਲੀ ਵਾਰ ਪ੍ਰਾਹੁਣੇ ਨੂੰ ਨਾਲ ਜ਼ਰੂਰ ਲੈ ਕੇ ਆਈ, ਤਾਂ ਕਿ ਮੇਰੀ ਕੋਈ ਮਹੀਨਾ ਰਹਿ ਕੇ ਸੇਵਾ ਕਰੇ। ਇਹ ਪ੍ਰਾਪਰਟੀ ਮੇਰੇ ਨਾਂ ਹੈ, ਮੈਂ ਜਿਸ ਨੂੰ ਚਾਹਾਂ ਉਸ ਨੂੰ ਦੇ ਸਕਦੀ ਹਾਂ। ਤੇ ਹੁਣ ਮੇਰਾ ਫੈਸਲਾ ਇਹ ਹੈ, ਮੈਂ ਆਪਣੀ ਪ੍ਰਾਪਰਟੀ ਆਪਣੇ ਪੁੱਤ ਤੇ ਨੂੰਹ ਨੂੰ ਦਿਆਂਗੀ, ਜਿਸ ਤਰ੍ਹਾਂ ਤੇਰੇ ਸੱਸ ਸਹੁਰੇ ਨੇ ਤੁਹਾਨੂੰ ਦਿੱਤੀ। ਤੇ ਤੂੰ ਮੇਰੇ ਤੋਂ ਉਮੀਦ ਵੀ ਨਾ ਕਰੀ, ਕਿਉਂਕਿ ਸਾਰੇ ਫਰਜ਼ ਜਦੋਂ ਮੇਰਾ ਪੁੱਤ ਨੂੰ ਨਿਭਾ ਰਿਹਾ ਹੈ ਤਾਂ ਇਸ ਘਰ ਦਾ ਕਿਰਾਇਆ ਵੀ ਮੇਰਾ ਪੁੱਤ ਨੂੰ ਹੀ ਲਏਗਾ। ਮੈਂ ਹੁਣ ਆਪਣੇ ਪੁੱਤ ਦੇ ਨਾਲ ਉਹਦੇ ਕੋਲ ਜਾ ਕੇ ਰਹਾਂਗੀ, ਤਾਂ ਕਿ ਵਾਰ-ਵਾਰ ਮੇਰੇ ਕਰਕੇ ਉਹਨਾਂ ਨੂੰ ਪਰੇਸ਼ਾਨ ਹੋ ਕੇ ਇੱਥੇ ਨਾ ਆਉਣਾ ਪਏ। ਮੈਂ ਆਪਣੀ ਗਲਤੀ ਸਮਝ ਗਈ ਹਾਂ, ਗਲਤ ਸਿਰਫ ਪੁੱਤ ਨੂੰਹਾਂ ਨਹੀਂ ਮਾਂ ਪਿਓ ਵੀ ਹੁੰਦੇ ਆ, ਜੋ ਆਪਣੇ ਪੁੱਤ ਤੇ ਨੂੰਹਾਂ ਨਾਲ ਮੇਲ ਨਹੀਂ ਬਿਠਾ ਸਕਦੇ। ਕੋਲ ਖੜੀ ਸਿਮਰਨ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਤੇ ਕਹਿੰਦੀ ਮੰਮੀ, ਜੋ ਅੱਜ ਤੱਕ ਤੁਹਾਡੇ ਲਈ ਮੇਰੇ ਮਨ ਵਿੱਚ ਗਿਲਾ ਸਿਕਵਾ ਸੀ ਸਭ ਦੂਰ ਹੋ ਗਿਆ, ਤੇ ਹੁਣ ਤੁਸੀਂ ਸਾਡੇ ਨਾਲ ਚੱਲੋ, ਉਹ ਵੀ ਪੂਰੇ ਹੱਕ ਨਾਲ, ਪਰ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪੁੱਤ ਤੇ ਨੂੰਹ ਨੂੰ ਗਲਤ ਨਾ ਸਮਝਿਆ ਜੇ। ਬਚਨ ਕੌਰ ਕਹਿੰਦੀ ਹਾਂ ਪੁੱਤ, ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਹੁਣ ਮੈਂ ਇਸ ਤਰ੍ਹਾਂ ਕਦੇ ਨਹੀਂ ਕਰਾਂਗੀ। ਤੇ ਕੁਲਵਿੰਦਰ ਦੇ ਕੋਲ ਬੋਲਣ ਲਈ ਕੁਝ ਵੀ ਨਹੀਂ ਬਚਿਆ ਸੀ ਤੇ ਸਿਰਫ ਉਸਨੇ ਇੰਨਾ ਹੀ ਕਿਹਾ, ਹਾਂ ਮੰਮੀ ਮੈਂ ਚੱਲਦੀ ਹਾਂ, ਹੁਣ ਮੇਰਾ ਵੈਸੇ ਵੀ ਇੱਥੇ ਕੋਈ ਕੰਮ ਨਹੀਂ ਰਿਹਾ। ਇੰਨਾ ਕਹਿ ਕੇ ਕੁਲਵਿੰਦਰ ਉੱਥੋਂ ਚਲੀ ਗਈ ਤੇ ਬਚਨ ਕੌਰ ਆਪਣੇ ਪੁੱਤ ਤੇ ਨੂੰਹ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ। ਧੰਨਵਾਦ ਦੋਸਤੋ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।